चलती ट्रेन में पुलिस तशद्दुद से हलाक होने वाली मरियम का ज़हनी तवाज़ुन वाक़या ख़राब था। मरियम के वालिद, माँ और बहन ने मरियम के बारे में वो बातें खुलकर बता दी जो अभी तक मीडिया छुपा रहा था। ਉਹਦੇ ਪਿੱਛੇ ਉਹ ਦਰਿੰਦੇ ਲੱਗੇ ਹੋਏ, ਉਹਦਾ ਦਿਮਾਗ ਖਰਾਬ ਹੁੰਦਾ ਤੇ ਮੈਨੂੰ ਫੋਨ ਹੀ ਨਾ ਕਰਦੀ। ਜੋ ਕੁਝ ਕੀਤਾ ਉਹਨੂੰ ਕੋਈ ਚੀਜ਼ ਸੰਗਾਈ ਨੇ ਕਿ ਕੀ ਕੀਤਾ ਨੇ ਜਿਹੜੀ ਉਹ ਪਾਗਲ ਹੋ। ਕੀ ਨਾਮ ਹੈ ਬਾਬਾ ਜੀ? ਮੁਹੰਮਦ ਸ਼ੁਐਬ ਮੇਰਾ ਨਾਮ। ਮੁਹੰਮਦ ਸ਼ੁਐਬ। ਬਾਬਾ ਜੀ, ਤੁਹਾਡੀ ਜਿਹੜੀ ਬੇਟੀ ਮਰੀਮ ਸੀ, ਕਿੰਨੀ ਉਮਰ ਸੀ ਉਹਦੀ? 30 ਸਾਲ ਦੀ। 30 ਸਾਲ ਦੀ ਸੀ। ਕਿੰਨੀਆਂ ਪੜ੍ਹੀਆਂ ਹੋਈ ਸੀ? 10 ਜਮਾਤਾਂ। 10 ਜਮਾਤਾਂ ਪੜ੍ਹੀ ਹੋਈ ਸੀ। ਕਿੱਥੇ ਉਹਦੀ ਪੜ੍ਹਾਈ ਹੋਈ ਸੀ, ਇੱਥੇ ਜਾਂ ਕਰਾਚੀ? ਕਰਾਚੀ ਪੈਦਾ ਹੋਈ, ਪਹਿਲੇ ਕਰਾਚੀ ਰਹਿੰਦੇ ਸੀ, ਉੱਥੇ ਪੈਦਾ ਹੋਈ, ਉੱਥੇ ਪੜ੍ਹਦੀ ਰਹੀ। ਅੱਛਾ, ਤੁਸੀਂ ਵੀ ਕਰਾਚੀ ਰਹਿੰਦੇ ਸੀ? ਕਰਾਚੀ, ਫਿਰ ਇਸ ਤੋਂ ਬਾਅਦ ਮੈਂ ਸ਼ਿਫਟ ਹੋ ਗਿਆ। ਇੱਥੇ ਕਦੋਂ ਆਏ ਸੀ ਤੁਸੀਂ? ਇੱਥੇ ਤਕਰੀਬਨ 20-25 ਸਾਲ ਹੋ ਗਏ। 25 ਸਾਲ ਹੋ ਗਏ। ਮੈਂ ਇੱਥੇ ਬੱਕਰੀਆਂ ਬਣਾਈਆਂ ਆਪਣਾ ਬੱਚਿਆਂ ਨੇ। ਉੱਥੇ ਹੁਣ ਕੌਣ ਕੌਣ ਰਹਿੰਦਾ ਸੀ? ਉੱਥੇ ਜਿਹੜੀ ਮੇਰੀ ਬੀਵੀ ਨੂੰ ਅੱਖਾਂ ਬਣਵਾਉਣ ਗਈ। ਅੱਛਾ। ਉਹਦੇ ਮਰੀਮ ਦੇ ਕੋਲ, ਉਹਦੇ ਬਕਾਇਦਾ ਉਹਦੀਆਂ ਅੱਖਾਂ ਤੇ ਬੰਦੀਆਂ। ਮਰੀਮ ਉੱਥੇ ਰਹਿੰਦੀ ਸੀ? ਹਾਂ, ਉੱਥੇ। ਉਹਦੇ ਕੋਲ ਹੋਰ ਕੌਣ ਰਹਿੰਦਾ ਸੀ? ਉਹਦੇ ਕੋਲ ਛੋਟੇ ਬੱਚੇ ਨੇ, ਉਹਨਾਂ ਦਾ ਬਾਪ ਫੌਤ ਹੋ ਗਿਆ, ਉਹਨਾਂ ਬੱਚਿਆਂ ਨੂੰ ਵੀ ਸਾਂਭਦੀ। 2 ਬੱਚੇ ਤੇ ਮਰੀਮ ਸਿਰਫ ਉੱਥੇ ਕਰਾਚੀ ਰਹਿੰਦੇ ਸੀ? ਹਾਂ, ਦੂਸਰੀਆਂ ਮੇਰੀਆਂ ਧੀਆਂ ਵੀ ਉੱਥੇ ਕਰਾਚੀ। ਤੁਹਾਡੀਆਂ ਬਾਕੀ ਬੇਟੀਆਂ ਕਿੰਨੀਆਂ ਬੇਟੀਆਂ ਨੇ? 4 ਨੇ। 4 ਬੇਟੀਆਂ ਨੇ। ਉੱਥੇ ਉਹਨਾਂ ਦੀਆਂ ਸ਼ਾਦੀਆਂ ਵੀ ਉੱਥੇ ਰਹਿੰਦੀਆਂ ਨੇ। ਉਹਨਾਂ ਦੇ ਕਿੰਨੀ ਪੜ੍ਹੀ ਹੋਈ ਸੀ ਮਰੀਮ? 10 ਜਮਾਤਾਂ। 10 ਜਮਾਤਾਂ। ਉੱਥੇ ਕਰਾਚੀ 'ਚ ਪੜ੍ਹੀ ਸੀ? ਹਾਂ, ਕਰਾਚੀ। ਪਾਰਲਰ 'ਚ ਕਦੋਂ ਦੀ ਡਿਊਟੀ ਕਰ ਰਹੀ ਹੈ? ਉਹਨੂੰ 5-6 ਸਾਲ ਹੋ ਗਏ। 5-6 ਸਾਲ ਹੋ ਗਏ ਨੇ। ਇੱਕ ਹੋਰ ਨਵੀਂ ਵੀਡੀਓ ਵਾਇਰਲ ਹੋਈ ਹੈ ਜਿੰਦੇ 'ਚ ਉਹ ਕਹਿ ਰਹੀ ਮੁਸਾਫਰਾਂ ਨੂੰ ਕਿ ਉੱਚੀ ਜਿਹੜਾ ਹੈ ਨਾ ਕਲਮਾ ਸ਼ਰੀਫ ਪੜੋ। ਉਸ ਤੋਂ ਬਾਅਦ ਅਬਦੁੱਲਾ ਸ਼ਾਹ ਗਾਜ਼ੀ ਦੇ ਹਵਾਲੇ ਨਾਲ ਕੁਝ ਅਲਫਾਜ਼ ਜਿਹੜੇ ਨੇ ਉਹ ਕਹਿ ਰਹੀ ਹੈ ਤੇ ਉਸ ਹਵਾਲੇ ਨਾਲ ਸੋਸ਼ਲ ਮੀਡੀਆ ਤੇ ਵੇਖਣ ਨੂੰ ਮਿਲ ਰਿਹਾ ਹੈ ਕਿ ਜ਼ਿਹਨੀ ਤੌਰ ਤੇ ਉਹ ਠੀਕ ਨਹੀਂ ਸੀ। ਲੋ ਤਾਸਰੇ ਦੇ ਵੇਖਣ ਨੂੰ ਮਿਲ ਰਿਹਾ। ਤੁਸੀਂ ਦੱਸੋ ਕਿ ਉਹਦਾ ਜ਼ਿਹਨੀ ਤਵਾਜ਼ਨ ਠੀਕ ਸੀ? ਕਿ ਓਏ ਹੋਏ, ਲੋਕ ਝੂਠ ਵੀ ਕਿੰਨਾ ਮਾਰਦੇ ਨੇ। ਜਿਹੜਾ ਅੱਲਾ ਦਾ ਬੰਦਾ ਹੋਵੇ ਨਾ, ਰੋਜ਼ਾ ਤੇਰੇ ਮੂੰਹ 'ਚ ਹੋਵੇ ਤੇ ਫਿਰ ਮੈਂ ਪੁੱਠੀਆਂ ਗੱਲਾਂ ਕਰ ਸਕਣਾ। ਮੇਰਾ ਆਪਣਾ ਰੋਜ਼ਾ ਹੁੰਦਾ। ਬੱਚੀ ਰੋਜ਼ੇ ਸੀ ਉਸ ਟਾਈਮ? ਹਾਂ, ਉਹਦਾ ਰੋਜ਼ਾ ਸੀ। ਅੱਛਾ, ਉਹਦਾ ਰੋਜ਼ਾ ਸੀ। ਉਹ ਰੋਜ਼ਾ ਅਫਤਾਰੀ ਦਾ ਟਾਈਮ ਨਾ, ਉਹ ਨਾ ਉਹਦੇ ਪਿੱਛੇ ਨਾ ਜਦੋਂ ਵੀ ਚੜੀਏ ਨਾ, ਉਹਦੇ ਪਿੱਛੇ ਉਹ ਦਰਿੰਦੇ ਲੱਗੇ ਹੋਏ। ਅੱਛਾ। ਗੱਡੀ 'ਚ ਉਹਦੇ ਕਾਰ ਨਾਲ ਟਿਕਟ ਨਹੀਂ ਮਿਲੀ, ਬਗੈਰ ਟਿਕਟ ਤੋਂ ਬਹਿ ਗਈ। ਉੱਥੇ ਉਹਨੇ ਮੈਨੂੰ ਫੋਨ ਕੀਤਾ ਵੀ ਅੱਬਾ, ਹਾਂਜੀ ਵੀ ਮੈਂ ਅੱਬਾ ਟ੍ਰੇਨ ਤੇ ਬਹਿ ਗਈ ਹਾਂ ਤੇ ਮੈਨੂੰ ਅੱਗੋਂ ਤੁਸੀਂ ਲੈ ਲੈਣਾ ਨਾਲ। ਗਾਲਾ ਵੀ ਉਹ ਛੋਟੀ ਬੱਚੀ ਵੀ। ਇਹਨਾਂ ਫੋਨ ਕੀਤਾ ਵੀ ਬੱਚੇ ਨੇ ਮੇਰੇ ਨਾਲ। ਮੈਂ ਇਹਨਾਂ ਨੂੰ ਖੁਸ਼ ਹੋ ਕੇ ਕਹਿੰਦਾ ਵੀ ਮਰੀਮ ਬੈਠੀ ਹੈ ਗੱਡੀ 'ਚ, ਉਹਨੂੰ ਸੁਬਾਹ ਲੈ ਆਉਣ। ਉਹਨਾਂ ਕਿਹਾ ਠੀਕ ਹੈ। ਅਸੀਂ ਰੋਜ਼ਾ ਰੱਖ ਰੁਕ ਕੇ ਨਮਾਜ਼ ਪੜ੍ਹੀ। ਨਮਾਜ਼ ਪੜ੍ਹ ਕੇ ਘਰ ਆ ਗਏ ਦੋਵੇਂ ਪਿਓ ਪੁੱਤਰ। ਬਾਅਦ ਵਿੱਚ ਇਹਨੂੰ ਫੋਨ ਦਾ ਪਤਾ ਲੱਗਾ। ਉਹ ਤੋਂ ਥਾਣਿਓਂ ਕੋਈ ਫੋਨ ਉਦੋਂ ਬਹਾਲਪੁਰ ਲਈ ਵੀ ਉੱਥੋਂ ਸਾਨੂੰ ਫੋਨ ਆਇਆ ਵੀ ਇਸ ਤਰ੍ਹਾਂ ਤੁਹਾਡੀ ਜਿਹੜੀ ਬੱਚੀ ਨੇ ਗੱਡੀ 'ਚ ਡਿੱਗੀ, ਕਿ ਪਤਾ ਨਹੀਂ ਛਾਲ ਮਾਰੀ। ਇਹ ਮੈਨੂੰ ਨਹੀਂ ਪਤਾ ਵੀ ਦਰਦ ਹੋ ਗਏ ਤੇ ਇਹਨੂੰ ਆਣ ਕੇ ਲੈ ਆਇਓ। ਅੱਛਾ। ਇਹ ਬੱਚਾ ਵੀ ਭੱਜ ਵਗਿਆ ਤੇ ਉਹ ਪਹਿਲੇ ਮੇਰੀ ਬੱਚੀ ਚੜ ਗਈ। ਉਹਨੇ ਕਿਹਾ ਵੀ ਇਸ ਤਰ੍ਹਾਂ ਮੈਨੂੰ ਟੀਚੀ ਜਾਂ ਤੰਗ ਕਰਦਾ ਪਿਆ, ਮੇਰੇ ਕੋਲ ਟਿਕਟ ਕੋਈ ਨਹੀਂ, ਪਰਸ ਵੀ ਗੁੰਮ ਹੋ ਗਿਆ। ਇਹਨੇ ਉੱਥੇ ਫੋਨ ਕੀਤਾ ਵੀ ਪੈਸੇ ਪੁੱਛੇ। ਮੈਂ ਟੀਚੀ ਨਾਲ ਵੀ ਪਤਾ ਨਹੀਂ ਗੱਲਾਂ ਕਰਦੀ ਰਹੀ ਵੀ ਮੈਂ ਆਉਣੀ ਆ ਵੀ ਮੈਂ ਤੈਨੂੰ ਕਰ ਦੇਣਾ। ਅੱਛਾ। ਉਹਦਾ ਪਤਾ ਲੱਗਾ ਫਿਰ ਬਈ ਉਹ ਫੌਤ ਹੋ ਗਈ ਰਾਤ। ਸਾਨੂੰ ਆਖਿਆ, ਮੈਂ ਸਮਝਿਆ ਵੀ ਹਾਦਸਾ ਹੋ ਗਿਆ ਤੇ ਇਸ ਤਰ੍ਹਾਂ ਉਹਨੂੰ ਲੈ ਆਓ। ਇਹ ਵਿਚਾਰਾ ਤੋਂ ਭੱਜ ਵਗਿਆ, ਨਾ ਕਿਰਾਇਆ ਨਾ ਕੁਛ। ਉੱਥੇ ਗੱਡੀ ਬਣਾਈ ਨਾ ਗੱਡੀ ਨੂੰ ਖੜੇ ਕਿੰਨੇ ਪੈਸੇ ਦਿੱਤੇ ਨੇ ਕਿੰਨੇ ਨਹੀਂ ਦਿੱਤੇ। ਉਹ ਉੱਥੇ ਬਹਾਲਪੁਰ ਫੜ ਗਏ। ਇਹ ਰਾਤ ਦੇ ਉੱਥੇ 12 ਵਜੇ ਕਹਿੰਦੇ ਤੇ ਅਸੀਂ ਚੁੱਪ ਕਰਕੇ ਇੱਥੇ ਨਾ ਮੈਂ ਆਣ ਕੇ ਕਬਰ ਘਟਾ ਦਿੱਤੀ ਉਹਨਾਂ ਦੇ ਆਉਂਦਿਆਂ ਤੋਂ ਪਹਿਲੇ। ਤੇ ਮੈਂ ਕਿਹਾ ਇਹਨਾਂ ਮੈਨੂੰ ਕਿਹਾ ਵੀ ਉਹਦੇ ਕੋਈ ਬੋ ਆਉਂਦੀ ਹੈ ਫਲਾਨ, ਉਹਦੇ ਟੁਕੜੇ। ਮੈਂ ਹੋਰ ਪਰੇਸ਼ਾਨ। ਜਨਾਜ਼ਾ ਹੋ ਗਿਆ, ਦਫਨਾ ਦਿੱਤਾ। ਜਨਾਜ਼ਾ ਹੋ ਗਿਆ, ਦਫਨਾ ਦਿੱਤਾ। ਅਸੀਂ ਚੁੱਪ ਕਰਕੇ ਈਦ ਪੜ੍ਹੀ। ਤੁਸੀਂ ਮੈਨੂੰ ਨਾ ਬਾਬਾ ਜੀ ਇਹ ਦੱਸਣਾ ਹੈ ਕਿ ਉਹਦੇ 'ਚ ਕੁਝ ਮਾਈ ਦਾ ਵੀ ਨਾਂ ਲੈ ਰਹੇ ਸੀ ਕਿ ਮੈਂ ਉਹਦੀ ਪੋਤੀਆਂ ਜਾਂ ਬੇਟੀਆਂ ਨੂੰ ਮਿਲਣ ਜਾ ਰਹੀ ਹਾਂ। ਮੇਰੀ ਵਾਲਦਾ ਫੌਤ ਹੋ ਗਈ। ਉਹ ਫੌਤ ਹੋ ਗਈ ਨੇ। ਉਹ ਕਿਉਂਕਿ ਅਜੀਬੋ ਗਰੀਬ ਉਸ ਵੀਡੀਓ 'ਚ ਗੱਲਾਂ ਵੇਖਣ ਨੂੰ ਮਿਲ ਰਹੀਆਂ ਨੇ, ਉਹਦੇ ਤੋਂ ਤਾਸਰ ਹੀ ਦਿੱਤਾ ਜਾਂਦਾ ਹੈ ਕਿ ਜ਼ਿਹਨੀ ਤਵਾਜ਼ਨ ਠੀਕ। ਤੁਸੀਂ ਸਿਰਫ ਇਹ ਦੱਸਣਾ ਹੈ ਕਿ ਉਹ ਦਿਮਾਗੀ ਤੌਰ ਤੇ ਠੀਕ ਸੀ? ਬਿਲਕੁਲ ਠੀਕ ਯਾਰ। ਉਹਦਾ ਦਿਮਾਗ ਖਰਾਬ ਹੁੰਦਾ ਤੇ ਮੈਨੂੰ ਫੋਨ ਹੀ ਨਾ ਕਰਦੀ। ਅੱਛਾ। ਫੋਨ ਹੀ ਨਾ ਕਰਦੀ ਵੀ ਮੈਂ ਚੜੀ ਆ ਕਿ ਨਹੀਂ। ਜਿਹਦਾ ਦਿਮਾਗ ਖਰਾਬ ਹੈ ਫੋਨ ਕਰਦਾ। ਉਹ ਬੜੀ ਖੁਸ਼ੀ ਹੋ ਕੇ ਬੈਠੀ ਹੈ ਨਾ, ਉੱਥੇ ਹੀ ਉਸ ਮੈਨੂੰ ਫੋਨ ਕਰਕਾਇਆ। ਫਿਰ ਵਜ੍ਹਾ ਕੀ ਲੱਗੀ ਕਿ ਉਹ ਇੰਦੀਆਂ ਗੱਲਾਂ ਕਿਉਂ ਕਰ ਰਹੀ ਸੀ? ਕੀ ਬਣਿਆ ਯਾਰ? ਪਤਾ ਨਹੀਂ ਉਹਨੂੰ ਕੀ ਬਣਿਆ।
ਚੱਲੇ ਹੀ ਜਾਂਦੇ ਹੈ ਪਰ ਇਹੋ ਜਿਹੀ ਹੈ ਨਹੀਂ ਸੀ ਇਹਨੇ ਜੋ ਕੁਝ ਕੀਤਾ ਉਹਨੂੰ ਕੋਈ ਚੀਜ਼ ਸੰਗਾਈ ਨੇ ਕਿ ਕੀ ਕੀਤਾ ਨੇ ਜਿਹੜੀ ਉਹ ਪਾਗਲ ਹੋ गई। जी नाज़रीन, मरियम की बड़ी बहन हमारे साथ मौजूद है। इनसे मरियम का जो है वो आखिरी दफ़ा रब्ता हुआ है, इनसे गुफ्तगू करते हैं। अस्सलाम वालेकुम जी। वालेकुम सलाम। बताइएगा मरियम ने आपको कब कॉल की और कॉल करने के बाद क्या कहा, आपकी गुफ्तगू क्या हुई इनसे? मुझे उन्होंने कहा मैंने ईद करने के लिए आना है फैसलाबाद, तो इस दफ़ा मैं ईद यहाँ करूँगी। तो मैं ना मिल्लत गाड़ी पे बैठी हूँ, 8 नंबर डब्बा है, तो टिकट्स नहीं मिल रही, तो मैं ना ओपन टिकट ही बीच में से लूँगी। मैंने कहा ठीक है। तो इतनी बात मेरी उससे हुई है, तकरीबन आधा घंटा पहले हुई है मेरी बात। उसके बाद फ़ोन बंद हो गया ना, तो फिर मेरी बात उनसे होती, दोबारा मेरी बात उनसे होती है। तो फिर वो मुझे कहती मेरा पर्स गुम गया है, तो कोई पुलिस वाला है ना मुझे परेशान कर रहा है, मुझे टॉर्चर कर रहा है। तो मैंने उससे ये कहा है कि अगर गाड़ी रुकी है ना तो तुम उतर जाओ, आगे से तुम्हें कोई लेने आ जाता है, गाड़ी से उतर जाओ तुम। तो वो मुझे कह रहा है ये मुझे ना टॉर्चर किए जा रहा पुलिस वाला। मैंने पुलिस वाले से मैंने कहा मेरी बात करवाओ, सिस्टर से मैंने कहा। तो पुलिस वाले की लैंग्वेज भी बहुत गंदी थी। उसके बाद से मुझे पता चल गया तो ये कोई नीची इंसान है। आपसे गुफ्तगू हुई है पुलिस वाले की? सिर्फ मेरी हेलो हुई है, वो आगे से बदतमीज़ी करने लग गया, बीबी बीबी बकवास ना करो, फ़ोन पटक दिया। इतनी बात मेरी उनसे हुई है। तो फिर हमें ख़बर मिलती है कि भावलपुर से आकर आप अपनी बहन की लाश ले जाएं। तो जब ये वीडियो एक वायरल हुई जिस पे पुलिस वाला मेरी बहन पर तशद्दुद कर रहा है, बुरी तरह मार रहा है, मारने के बाद फिर हमने फिर उसके पीछा करना शुरू किया। हमने दरख्वास्तें वगैरह दी, हमारी किसी ने सुनी नहीं, लेकिन अब सुनी है, कुछ हमारी बातें सुनी गई हैं। जिन्होंने सुनी है अल्लाह ताला उनको खुश रखे। तो हर इंसान बुरा नहीं होता, कोई अच्छा भी होता है। क्या समझती हैं कि मरियम को इंसाफ मिलेगा? मुझे अपने अल्लाह पे भरोसा है, मेरी बहन बेकसूर मारी गई है। और उस वीडियो में ये बताया गया है कि उसको बुरी तरह मार रहा है, जब उसको वो जो उसने गन पहनी हुई थी उससे भी मार रहा है, मेरी बहन के सर पर मारा है। मेरी बहन को बुरी तरह तशद्दुद करने के बाद दोबारा ये वीडियो एक लीक आउट होती है कि वो ला इलाहा इल्लल्लाह पढ़ रही है। ये हर मुसलमान का काम है ला इलाहा इल्लल्लाह पढ़ना। वो किसी को गाली नहीं दे रही, उसको इतनी बुरी तरह टॉर्चर किया गया, पता नहीं उसके साथ क्या जुल्म किया गया है, क्या नहीं किया गया। उसको बुरी तरह मारने के बाद ये तो उस ट्रेन में ही उस बंदे को पता ना उसने क्या क्या मेरी बहन के साथ किया। ये अल्लाह की आंखें बड़ी हैं, उसने क्या क्या किया। किसी खातून का भी नाम ले रही है कि मैं उनकी बेटी हूँ। वो मेरी वालदा का जिक्र कर रही है। बच्चा जब तकलीफ में होता है माँ को जिक्र करता है, माँ को याद करता है, ये अल्लाह को याद करता है। जहाँ पे मरियम रहती थी उनका नंबर हमने डायल कर लिया है, उनसे गुफ्तगू करते हैं कि उनका क्या कहना है। मरियम ने आपसे कब से मकान लिया था और ज़हनी तवाज़ुन के हवाले से आप क्या कहना चाहेंगे कि उनका ज़हनी तवाज़ुन ठीक था? यार मेरे पास तो आखिरी दफा ये रमजान की मेरे ख्याल आई है, अभी दोबारा मकान देखने के लिए कोई 24-25 को या 20 को ऐसे नहीं चल के जी जी 15-16-17 तारीख ऐसे कोई आई है, मेरे को तारीख एग्जैक्ट याद नहीं है जी जी। अभी हमने उसको 2 मकान दिखाए थे, उसने कोई सिलेक्ट नहीं किया जी। तो और ये तकरीबन 7-8 साल से यह है, तो कई दफा हमने इनको मकान भी दिए हैं और वो मकान इन्होंने शिफ्ट किए हैं। 2-3 अभी फिर दोबारा आई थी मकान, मेरे ख्याल इसकी बहन के लिए चाहिए था। नहीं, आपसे उनकी मुलाकात हुई है ना, तो आप क्या समझते हैं कि उनका ज़हनी तवाज़ुन जो था वो ठीक था? हमें तो बिल्कुल ठीक लगा, कोई ऐसी बात नहीं है। मकान दिखाए, बातचीत हुई है, कोई आधा घंटा हमारे साथ रही है, कोई ऐसा मामला नहीं था। 7-8 साल से आपके अंडर जो मकान आते हैं उन्हीं में रह रही हैं वो? नहीं मुख्तलिफ, मतलब हमारे अंडर में क्या आता है, लोगों के ही मकान होते हैं मुख्तलिफ। मतलब अभी जिस एजेंसी वाले ने दिए हैं वो इश्तियाक का, उसका इंटरव्यू इस पे टीवी पे चल रहा है जी जी, जो लास्ट जिसमें अभी रह रही है जी जी मुख्तलिफ। हमारी भी एजेंसी है, मुख्तलिफ एजेंसियों से लेती रही है, हमसे भी लेती रही है जी जी। तो लेके हमें तो ऐसा उस पर कोई डाउट नहीं हुआ कि इसका दिमागी तवाज़ुन खराब है या उसको कोई मसला है। मतलब जब आपसे वो मिली हैं आप समझते हैं कि वो बिल्कुल ठीक थी? बिल्कुल ठीक थी, वो अपनी जॉब पे जाती थी, उसी गाड़ी में आई है जिसमें जॉब पे जाती है। जी जी। यहाँ गाड़ी खड़ी थी, हमारे साथ गई है मकान देखे।